दंडोत वंदन कुवार सर्वकला समर्थ डोलन ते आखो प्रभु नानक दे कर हथ कर हर करम श्रवण हर कथा हर दरगह नानक उज्जवल मथा बेशुमार अथाह अगणत अतुल्य ज्यों बुलावो त्यों नानक दास बोले जेता दियो पिंड सब तेरा तू अंतरजामी पुरख भगवान दासन दास कह जन नानक जिहा तू कराए तिहा हों करी बख्यान। सतनाम श्री वाहिगुरु साहिब जी। सोठ महला पहला घर तीजा एक ओंकार सतगुर प्रसाद जा तिस भावा तदहि गावा ता गावे का फल पावा गावे का फल होई जा आपे देवै सोई मन मेरे गुर वचनी नित पाई ताते सच मैं रहा समाई रहाओ गुर साखी अंतर जागी ता चंचल मत त्यागी गुर साखी का उजियारा ता मिटया सगल अंधियारा गुर चरणी मन लागा ता जम का मार्ग भागा है विच निरको पाया ता सहज कह घर आया भणत नानक बूझै को बिचारी इस जग में करनी सारी करनी कीरत होई जा आपे मिलया सोई करनी कीरत होई जा आपे मिलया सोई। वाहिगुरु जी का खालसा वाहिगुरु जी की फतेह। परम सत्कारयोग सतगुरु जी दी साजी निवाजी गुरु रो गुरु खालसा सत संगत जीओ। गुरु पातशाह जी ने बख्शिश की है गुरबाणी की पावन कथा नाल जुड़न का सुभाग बख्शिया है। इस पावन स्थान ते गुरबाणी की जो लड़ीवार कथा चल रही है तिस दे तहत धन गुरु नानक देव महाराज जी की पावन बाणी जो कि श्री गुरु ग्रंथ साहिब महाराज जी के पावन अंग 599 ते गुरु नानक पातशाह जी बख्शिश कर रहे हैं। इस तो अगे गुरु अमरदास महाराज जी की बाणी की आरंभता हो रही है। श्री गुरु नानक देव महाराज जी का इत्थे 12वां शब्द आया है। साहिब सच्चे पातशाह धन गुरु नानक देव जी महाराज गुरमुखां की अवस्था नूं बयान कर रहे हैं कि जिहड़ा गुरमुख है वो पूर्ण तौर ते वाहिगुरु जी नूं समर्पित हो जाता है। जिवें धन गुरु अमरदास महाराज जी आनंद साहिब जी की बाणी दे विच फरमान करते ने तन मन धन सब सौंप गुर को हुक्म मन्निया पाईए। तन मन धन करके पूर्ण तौर ते समर्पित हो के वाहिगुरु दे गुण गांदा है ते सदा वाहिगुरु दे चरनां विच यही अरदास बेनती करदा है जो पातशाह जी इस पावन शब्द दे विच बख्शिश कर रहे हैं। आओ सतगुरु जी के अमृत बचनां नाल सांझ पाईए। सोठ महला पहला घर तीजा एक ओंकार सतगुर प्रसाद। सोठ महला पहला
ਸੋਠ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸ਼ਬਦ ਉਚਾਰਨ ਕੀਤਾ ਹੈ ਔਰ ਇਸ ਨੂੰ ਰਾਗ ਵਿਦਿਆ ਦੇ ਅਨੁਸਾਰ ਤੀਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਵਾਹਿਗੁਰੂ ਜੀ ਦਾ ਮੰਗਲਾਚਰਨ ਹੈ। ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਵਾਹਿਗੁਰੂ ਇੱਕ ਅਦੁੱਤੀ ਸ਼ਕਤੀ ਹੈ। ਉਸ ਦੀ ਪ੍ਰਾਪਤੀ ਮਨੁੱਖ ਦਾ ਲਕਸ਼ ਹੈ। ਉਸ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਸਤਿਗੁਰੂ ਦੀ ਬਖਸ਼ਿਸ਼। ਵਾਹਿਗੁਰੂ ਜੋ ਸਰਵ ਕਲਾ ਸਮਰੱਥ ਹੈ, ਉਹ ਵੱਡਾ ਹੈ, ਸਭ ਤੋਂ ਸਭ ਗਿਆਨ ਦਾ ਦਾਤਾ ਹੈ। ਇਸ ਕਰਕੇ ਉਹ ਸਤਿਗੁਰ ਹੈ, ਪ੍ਰਸਾਦ ਕਿਰਪਾ ਰੂਪ ਹੈ, ਹਰ ਸਮੇਂ ਬਖਸ਼ਿਸ਼ ਕਰਨ ਵਾਲਾ ਹੈ। ਸਤਿਗੁਰੂ ਦੀ ਬਖਸ਼ਿਸ਼ ਨਾਲ ਉਹਦੀ ਪ੍ਰਾਪਤੀ ਹੈ। ਜਾਂ ਤਿਸ ਭਾਵਾ ਤਦ ਹੀ ਗਾਵਾ, ਤਾ ਗਾਵੇ ਕਾ ਫਲ ਪਾਵਾ। ਗੁਰਮੁਖ ਵਾਹਿਗੁਰੂ ਦੇ ਗੁਣ ਗਾਉਂਦਾ ਹੋਇਆ ਇਸ ਤਰ੍ਹਾਂ ਅਰਦਾਸ ਕਰਦਾ, ਮਾਲਕ ਜੇ ਮੈਂ ਤੇਰੇ ਗੁਣ ਗਾ ਰਿਹਾ ਹਾਂ ਤਾਂ ਇਹ ਤੇਰੇ ਹੁਕਮ ਦੇ ਵਿੱਚ ਹੈ। ਤੈਨੂੰ ਜਦੋਂ ਤੱਕ ਕੋਈ ਜੀਵ ਭਾਉਂਦਾ ਨਹੀਂ ਹੈ ਉਹ ਤੇਰੇ ਗੁਣ ਨਹੀਂ ਗਾ ਸਕਦਾ। ਵਾਹਿਗੁਰੂ ਦੀ ਇੱਛਾ ਦੇ ਅਨੁਸਾਰ ਹੀ ਉਹਦੇ ਗੁਣ ਗਾ ਸਕਦਾ ਹੈ। ਭਾਵ ਜੀਵ ਦੀ ਕੁਝ ਵੀ ਪਾਇਆ ਨਹੀਂ ਹੈ। ਵਾਹ ਗਾਉਂਦੇ ਤਾਂ ਆਪਾਂ ਸਾਰੇ ਹੀ ਹਾਂ, ਪਰ ਅਸਲ ਵਿੱਚ ਗਾਇਆ ਹੋਇਆ ਉਹ ਹੈ ਜੋ ਵਾਹਿਗੁਰੂ ਨੂੰ ਭਾ ਜਾਵੇ। ਜਾਂ ਤਿਸ ਭਾਵਾ ਤਦ ਹੀ ਗਾਵਾ। ਤਦ ਹੀ ਗਾਇਆ ਹੋਇਆ ਸਫਲ ਹੈ ਜੇ ਵਾਹਿਗੁਰੂ ਨੂੰ ਭਾ ਜਾਵੇ। ਜੇਕਰ ਵਾਹਿਗੁਰੂ ਨੂੰ ਨਹੀਂ ਭਾਇਆ ਤੇ ਸਾਡਾ ਗਾਇਆ ਹੋਇਆ ਵਿਅਰਥ ਚਲਾ ਗਿਆ। ਉਹਦਾ ਕਾਰਨ ਮਹਾਰਾਜ ਕਹਿੰਦੇ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ, ਨਹੀਂ ਹਰ ਹਰ ਭਿਜੈ ਰਾਮ ਰਾਜੇ। ਬਈ ਰਾਗੀ ਰਾਗ ਵਿਦਿਆ ਦੁਆਰਾ ਬੜੀ ਬੜੀ ਸਾਧਨਾ ਕਰਕੇ ਰਾਗ ਵਿਦਿਆ ਦੁਆਰਾ ਵਾਹਿਗੁਰੂ ਨੂੰ ਗਾਉਂਦੇ ਨੇ। ਵੇਦੀ ਵੇਦਾਂ ਨੂੰ ਪੜ੍ਹਨਾ ਬੜੀ ਸੁਚੇਤਾ ਦੇ ਨਾਲ, ਵਿਆਕਰਣ ਦੇ ਅਨੁਸਾਰ ਕਈ ਤਰੀਕਿਆਂ ਨਾਲ, ਬੜੀ ਡੂੰਘਾਈ ਦੇ ਨਾਲ ਉਹ ਗਾਉਂਦੇ ਨੇ ਵੇਦਾਂ ਨੂੰ। ਸ਼ਬਦ ਦੇ ਦੁਆਰਾ ਸਾਧਨਾ ਕਰਕੇ, ਪਰ ਵਾਹਿਗੁਰੂ ਨੂੰ ਭਾਏ ਨਹੀਂ। ਕਾਰਨ ਕਿਉਂਕਿ ਮਨ ਵਿੱਚ ਜਿਹੜਾ ਚੱਲ ਰਿਹਾ ਸੀ ਨਾ, ਉਹ ਇਹ ਸੀ ਵੀ ਆਪਾਂ ਜਿਹੜਾ ਵਾਹਿਗੁਰੂ ਦਾ ਜਸ ਕਰਦੇ ਹਾਂ ਉਹ ਵਾਹਿਗੁਰੂ ਕੋਲ ਪ੍ਰਵਾਨ ਹੋਣ ਵਾਸਤੇ ਨਹੀਂ ਕਰਦੇ। ਆਪਾਂ ਗਾਉਂਦੇ ਹਾਂ ਵੀ ਪ੍ਰਮਾਤਮਾ ਮੈਨੂੰ ਇਹ ਚੀਜ਼ ਦੇ ਦੇਵੇ, ਮੈਨੂੰ ਪ੍ਰਮਾਤਮਾ ਇਹ ਦਾਤ ਦੇ ਦੇਵੇ। ਤੇ ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਦੇ ਜਸ ਦਾ ਜੋ ਵੱਡਾ ਮਹਾਤਮ ਹੈ ਉਹ ਨਹੀਂ ਜੀਵ ਨੂੰ ਪ੍ਰਾਪਤ ਹੁੰਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਟਾ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕੀਛ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੁੰਦਾ ਨਾ, ਉਹਨਾਂ ਦਾ ਗਾਇਆ ਹੋਇਆ ਪ੍ਰਵਾਨ ਹੋ ਜਾਂਦਾ। ਸਾਡਾ ਹਿਰਦਾ ਸ਼ੁੱਧ ਨਹੀਂ ਹੈ। ਜਿਹਦਾ ਹਿਰਦਾ ਸ਼ੁੱਧ ਨਹੀਂ, ਉਹ ਕਿੰਨੇ ਵੀ ਤਰੀਕੇ ਨਾਲ ਗਾਵੇ ਤੇ ਉਹ ਪ੍ਰਵਾਨ ਨਹੀਂ ਹੁੰਦਾ, ਉਹਦਾ ਉਹ ਫਲ ਨਹੀਂ ਮਿਲਦਾ। ਜਿਵੇਂ ਈਸਾਈਅਤ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਥੋਮਸ ਨਾਂ ਦਾ ਵਿਅਕਤੀ ਰਹਿੰਦਾ ਸੀ
ਤੇ परमात्मा ਦਾ ਨਾਮ ਜਪਦਾ ਸੀ। ਲੋਕ ਉਹਦੇ ਕੋਲ ਅਰਦਾਸ ਕਰਾਉਣ ਆਉਂਦੇ ਸੀ, ਉਹਦੀ ਅਰਦਾਸ ਸੁਣੀ ਜਾਂਦੀ ਸੀ। ਉਹਦਾ ਬੜਾ ਨਾਂ ਹੋਇਆ। ਤੇ ਇੱਕ ਮਸ਼ੀਨਰੀ ਜਿਹੜਾ ਹੈ ਵਿਦਵਾਨ ਬਹੁਤ, ਉਹਨੂੰ ਮਨ ਵਿੱਚ ਆਇਆ ਵੀ ਮੈਂ ਵੀ ਜਾ ਕੇ ਮਿਲਾਂ ਐਸੇ ਬੰਦੇ ਨੂੰ ਜਿਹਦਾ ਲੋਕ ਇੰਨਾ ਜਸ ਕਰਦੇ ਨੇ। ਉਹ ਆਪਣੇ ਇੱਕ ਦੋ ਸਾਥੀਆਂ ਨੂੰ ਨਾਲ ਲੈ ਕੇ ਚਲੇ ਗਏ। ਜਦੋਂ ਜਾ ਕੇ ਕਹਿੰਦੇ ਉਹਨੂੰ ਮਿਲੇ ਤੇ ਉਸ ਸਮੇਂ ਵੀ ਕੋਈ ਅਰਦਾਸ ਕਰਾਉਣ ਆਇਆ ਸੀ। ਉਹਨੇ ਪ੍ਰੇਅਰ ਕੀਤੀ। ਇਹ ਜਿਹੜੇ ਮਸ਼ੀਨਰੀ ਗਏ ਸੀ ਕਹਿਣ ਲੱਗੇ ਵੀ ਤੁਹਾਡਾ ਅਰਦਾਸ ਕਰਨ ਦਾ ਤਰੀਕਾ ਠੀਕ ਨਹੀਂ ਹੈ। ਆਪਣੇ ਧਰਮ ਦੇ ਅਨੁਸਾਰ ਇੱਦਾਂ ਅਰਦਾਸ ਕਰੀਦੀ ਹੈ। ਉਹ ਜਿਹੜਾ ਬੰਦਾ ਥੋਮਸ ਸੀ ਉਹ ਸ਼ੁੱਧ ਹਿਰਦੇ ਵਾਲਾ ਬੰਦਾ ਸੀ। ਤੇ ਉਹਨੇ ਕਿਹਾ ਸਤ ਬਚਨ ਜੀ ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਤਾਂ ਇੱਦਾਂ ਹੀ ਚਲਦਿਆਂ ਪਰਮਾਤਮਾ ਦਾ ਸਿਫਤ ਕਰਦਿਆਂ ਹੀ ਬਖਸ਼ਿਸ਼ ਹੋਈ ਹੈ। ਚੰਗਾ ਕੀਤਾ ਤੁਸੀਂ ਮੈਨੂੰ ਦੱਸ ਦਿੱਤਾ। ਉਹ ਉਹਨੂੰ ਸਮਝਾ ਕੇ ਉੱਥੋਂ ਮਿਲ ਕੇ ਆਏ। ਰਸਤੇ ਵਿੱਚ ਇੱਕ ਦਰਿਆ ਪੈਂਦਾ ਸੀ, ਉੱਥੋਂ ਕਿਸ਼ਤੀ ਰਾਹੀਂ ਪਾਰ ਹੋ ਰਹੇ ਨੇ। ਉਹ ਪਿੱਛੇ ਦੌੜਿਆ ਚਲਿਆ ਆਉਂਦਾ ਹੈ। ਉਹਨਾਂ ਨੇ ਵੇਖਿਆ ਵੀ ਕੋਈ ਬੰਦਾ ਸਾਡੇ ਪਿੱਛੇ ਆ ਰਿਹਾ, ਕਿਸ਼ਤੀ ਨੂੰ ਹੌਲੀ ਕਰ ਲਿਆ। ਕੀ ਵੇਖਦੇ ਨੂੰ ਬੰਦਾ ਪਾਣੀ 'ਤੇ ਦੌੜਨ ਲੱਗ ਪਿਆ। ਦੌੜਦਾ ਕੋਲ ਆ ਗਿਆ। ਉਹ ਬੜੇ ਹੈਰਾਨ ਹੋਏ। ਕਹਿਣ ਲੱਗਾ ਜੀ ਜਿਹੜੀ ਤੁਸੀਂ ਮੈਨੂੰ ਅਰਦਾਸ ਸਮਝਾ ਕੇ ਆਏ ਮੈਨੂੰ ਭੁੱਲ ਗਈ ਹੈ। ਮੈਂ ਤਾਂ ਤੁਹਾਡੇ ਕੋਲ ਆਇਆ, ਦੁਬਾਰੇ ਸਮਝਾ ਦਿਓ ਵੀ ਪਰਮਾਤਮਾ ਦੇ ਕੋਲ ਅਰਦਾਸ ਗਲਤ ਤਰੀਕੇ ਨਾਲ ਨਾ ਹੋਵੇ। ਉਹ ਕਹਿੰਦੇ ਭਰਾਵਾ ਪਾਣੀ 'ਤੇ ਤੂੰ ਕਿਵੇਂ ਦੌੜਿਆ ਚੱਲਿਆ? ਉਹ ਕਹਿੰਦਾ ਮੈਂ ਤਾਂ ਪਰਮਾਤਮਾ ਕੋ ਪ੍ਰੇਅਰ ਕੀਤੀ ਅਤੇ ਮੈਂ ਆ ਗਿਆ ਤੁਹਾਡੇ ਕੋਲ। ਉਹ ਕਹਿੰਦੇ ਤੂੰ ਜਿਵੇਂ ਵੀ ਅਰਦਾਸ ਕਰਦਾ ਤੇਰੀ ਪ੍ਰੇਅਰ ਠੀਕ ਹੈ, ਕਿਉਂਕਿ ਤੇਰੀ ਪਰਮਾਤਮਾ ਪ੍ਰਵਾਨ ਕਰ ਲੈਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਇੱਕ ਬਚਨ ਲਿਖਿਆ ਹੈ ਕਿ ਦ੍ਰੋਪਦੀ ਕਪੀਨ ਮਾਤਰ ਦਈ ਜੋ ਮਨੀਸਰੈ ਤਾਂ ਤੇ ਸਭਾ ਮਦ ਵਯੋ ਬਸਨ ਪ੍ਰਵਾਹ ਦੀ ਤਨਕ ਤੰਦਰ ਜਗਦੀਸੈ ਦੇ ਸਦਾਮਾ ਤਾਂ ਤੇ ਪਾਏ ਚਤਰ ਪਦਾਰਥ ਅਥਾ ਜੀ ਦੁਖਤ ਗਜਿੰਦ ਅਰ ਬਿੰਦ ਗੈ ਭੇਟ ਰਾਖੈ ਤਾਂ ਕੇ ਕਾਜੈ ਚੱਕਰ ਪਾਨ ਆਨ ਗ੍ਰਸੇ ਗ੍ਰਾਹ ਜੀ ਕਹਾਂ ਕਉ ਕਰੈ ਕਛ ਹੋਤ ਨਾ ਕਾਹੂ ਕੇ ਕੀਏ ਜਾਂ ਕੀ ਪ੍ਰਭ ਮਾਨ ਲੈ ਸਰਬ ਸੁਖਤਾ ਜੀ। ਜਿਹਦੀ ਰੱਬ ਮੰਨ ਲਵੇ। ਰੱਬ ਕਿਹਦੀ ਮੰਨਦਾ ਹੈ? ਜਿਹਦਾ ਹਿਰਦਾ ਸ਼ੁੱਧ ਹੈ। ਉਹ ਇਹ ਨਹੀਂ ਵੇਖਦਾ, ਉਹ ਅਲਫਾਜ਼ਾਂ ਦੇ ਚੱਕਰਾਂ ਵਿੱਚ ਨਹੀਂ ਪੈਂਦਾ। ਉਹ ਇਹ ਨਹੀਂ ਵੇਖਦਾ ਬੰਦਾ ਪੜ੍ਹਿਆ ਲਿਖਿਆ ਕਿ ਅਨਪੜ੍ਹ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਤਾਂ ਉਹ ਵਾਹਿਗੁਰੂ ਨਿਰੰਕਾਰ ਵੇਖਦਾ ਬੰਦੇ ਦਾ ਹਿਰਦਾ ਸ਼ੁੱਧ ਹੈ ਕਿ ਨਹੀਂ। ਮਹਾਰਾਜ ਬਾਣੀ ਵਿੱਚ ਤਾਂ ਹੀ ਤੇ ਕਹਿੰਦੇ ਨੇ ਕਿ ਤੂੰ ਬਾਣੀ ਭਾਵੇਂ ਘੱਟ ਪੜ੍ਹ ਲਈ ਪਰ ਆਪਣੇ ਹਿਰਦੇ ਨੂੰ ਸ਼ੁੱਧ ਰੱਖੀ। ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ। ਸਾਡੇ ਹਿਰਦੇ ਵਿੱਚ ਮੈਲ ਭਰੀ ਪਈ ਹੈ। ਦੂਜੇ ਦਾ ਬੁਰਾ ਸੋਚਣਾ ਕਰਨਾ ਸਾਡਾ ਪੜ੍ਹਿਆ ਹੋਇਆ ਕਿਵੇਂ ਪ੍ਰਵਾਨ ਹੋ ਜਾਵੇਗਾ? ਕਿੰਨੀ ਬਾਣੀ ਪੜ੍ਹੀ ਜਾਓ। ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ। ਮਨ ਨਹੀਂ ਟਿਕ ਸਕਦਾ, ਮਨ ਇਕਾਗਰ ਨਹੀਂ ਹੋ ਸਕਦਾ। ਇਕਾਗਰ ਮਨ ਤੋਂ ਬਿਨਾਂ ਕੀਤੀ ਹੋਈ ਅਰਦਾਸ ਵੀ ਪ੍ਰਵਾਨ ਨਹੀਂ। ਇਕਾਗਰ ਮਨ ਕਦੋਂ ਹੁੰਦਾ? ਜਦੋਂ ਸ਼ੁੱਧ ਹੁੰਦਾ ਹੈ। ਜਿਵੇਂ ਪਾਰੇ ਨੂੰ ਭਾਂਡੇ ਵਿੱਚ ਪਾ ਜੋ ਨਾ ਦੌੜਿਆ ਫਿਰਦਾ ਹੈ, ਪਰ ਜਦੋਂ ਉਸ ਪਾਰੇ ਨੂੰ ਅੱਗ 'ਤੇ ਪਕਾਰਿਆ ਜਾਵੇ ਜਾਂ ਸੋਨੇ ਨੂੰ, ਸੋਨਾ ਵੀ ਕੁਠਾਲੀ ਵਿੱਚ ਜਦੋਂ ਅੱਗ 'ਚ ਪਾਓ ਨਾ ਪਿਘਲਿਆ ਹੋਇਆ ਦੌੜਿਆ ਫਿਰਦਾ ਹੈ। ਜਦੋਂ ਤੱਕ ਉਹਦੇ ਵਿੱਚ ਮੈਲ ਹੈ ਨਾ, ਸੋਨਾ ਭਾਂਡਾ ਅੱਗ ਵਿੱਚ ਰੱਖਿਆ ਹੋਇਆ, ਸੋਨਾ ਪਿਘਲਾਇਆ ਹੋਇਆ ਉਹ ਕੁੱਦੀ ਜਾਂਦਾ ਹੈ, ਉਬਾਲੇ ਖਾਈ ਜਾਂਦਾ। ਜਦੋਂ ਮੈਲ ਮੁੱਕ ਜੇ ਉਹ ਭਾਵੇਂ ਥੱਲੇ ਅੱਗ ਬਲ ਰਹੀ ਹੈ ਪਰ ਸੋਨਾ ਫਿਰ ਹਿਲਦਾ ਨਹੀਂ, ਉਬਾਲ ਨਹੀਂ ਖਾਂਦਾ। ਸਾਡਾ ਮਨ ਇਸੇ ਤਰ੍ਹਾਂ ਜਦੋਂ ਤੱਕ ਮੈਲਾ ਹੈ ਨਾ ਇਹ ਵੀ ਉਬਲੀ ਜਾਂਦਾ ਹੈ। ਮਹਾਰਾਜ ਕਹਿੰਦੇ ਤੇਰਾ ਮਨ ਇਕਾਗਰ ਬਾਣੀ
ਪੜਨ ਨਾਲ ਨਹੀਂ ਹੋਵੇਗਾ ਜਦੋਂ ਤੱਕ ਇਹ ਤੇਰੇ ਵਿੱਚ ਔਗਣ ਨੇ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਤੋ ਇਹਨਾਂ ਔਗਣਾਂ ਨੂੰ ਮਿਟਾ, ਫਿਰ ਬਾਣੀ ਪੜ੍ਹੀ ਨਾਲ ਮਨ ਟਿਕੇਗਾ, ਵਰਨਾ ਨਹੀਂ ਟਿਕੇਗਾ। ਨਹੀਂ ਤੇ ਇੰਨੀ ਬਾਣੀ ਪੜ੍ਹ ਕੇ ਵੀ ਮਨ ਟਿਕਿਆ ਹੀ ਨਹੀਂ ਹੈ। ਕਾਰਨ ਉਹ ਵਿੱਚ ਜਿਹੜੀ ਮੈਲ ਸੀ ਔਗਣਾਂ ਦੀ, ਉਹ ਨਹੀਂ ਦੂਰ ਕੀਤੀ। ਹੇ ਵਾਹਿਗੁਰੂ, ਗੁਰਮੁਖ ਨੂੰ ਸਮਝ ਆ ਗਈ, ਮੈਂ ਤਦ ਹੀ ਤੈਨੂੰ ਗਾਵਾਂ ਜੇ ਤੈਨੂੰ ਭਾਉਂਦਾ ਹਾਂ। ਉਦੋਂ ਹੀ ਅਸਲ ਵਿੱਚ ਗਾਇਆ ਹੋਇਆ, ਜਦੋਂ ਰੱਬ ਨੂੰ ਭਾ ਗਏ। ਨਹੀਂ ਤੇ ਗਾਇਆ ਹੋਇਆ ਕੋਈ ਮਾਇਨੇ ਨਹੀਂ ਰੱਖਦਾ। ਤਾਂ ਗਾਵੇ ਕਾ ਫਲ ਪਾਵਾਂ, ਉਸ ਗਾਏ ਹੋਏ ਦਾ ਫਲ ਮਿਲਦਾ ਹੈ। ਜਦੋਂ ਜੀਵ ਵਾਹਿਗੁਰੂ ਨੂੰ ਸ਼ੁੱਧ ਭਾਵਨਾ ਨਾਲ ਗਾਉਂਦਾ ਹੈ, ਉਹਦਾ ਗਾਏ ਹੋਏ ਦਾ ਫਲ ਕਿੰਨਾ ਹੈ। ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ ਨਾ, ਆਵਾਗਮਨ ਖਤਮ ਹੋ ਗਿਆ। ਆਪਾਂ ਤੇ ਪਤਾ ਨਹੀਂ ਕਿੰਨੀ ਵਾਰੀ ਕਹਾ ਦਿੱਤਾ ਹੈ, ਪਰ ਗੱਲ ਬਣੀ ਨਹੀਂ। ਕਿਉਂਕਿ ਸਾਨੂੰ ਇਹ ਜਿਹੜੀ ਬੇਸਿਕ ਸਿੱਖਿਆ ਹੈ ਨਾ, ਇਹ ਨਹੀਂ ਮਿਲਦੀ। ਆਪਾਂ ਨੂੰ ਇਹ ਤਾਂ ਮਿਲਦਾ ਵੀ ਬਾਣੀ ਪੜ੍ਹੋ, ਨਾਮ ਜਪੋ, ਪਰ ਜਿਹੜੀ ਇਹ ਬੇਸਿਕ ਸਿੱਖਿਆ ਹੈ ਵੀ ਜਦੋਂ ਤੱਕ ਇਹ ਔਗਣ ਹਨ, ਸਾਨੂੰ ਲਾਭ ਨਹੀਂ ਮਿਲੇਗਾ ਬਾਣੀ ਪੜ੍ਹੀ ਦਾ। ਗਾਵੇ ਕਾ ਫਲ ਹੋਈ, ਵਾਹਿਗੁਰੂ ਦੇ ਗਾਏ ਹੋਏ ਜਸ ਦਾ ਫਲ ਹੋਵੇਗਾ। ਭਾਰੀ ਫਲ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਜਾਂ ਆਪੇ ਦੇਵੈ ਸੋਈ, ਪਰ ਕੋਈ ਜ਼ੋਰ ਨਾਲ ਨਹੀਂ ਉਹਦੇ ਤੋਂ ਲੈ ਸਕਦਾ। ਉਹ ਵਾਹਿਗੁਰੂ ਆਪ ਹੀ ਦਿੰਦਾ ਹੈ, ਆਪ ਹੀ ਬਖਸ਼ਿਸ਼ ਕਰਦਾ ਹੈ। ਮਨ ਮੇਰੇ ਗੁਰਬਚਨੀ ਨਿਧ ਪਾਈ। ਵਾਹਿਗੁਰੂ ਪਰਮਾਤਮਾ ਦੇ ਦਰ ਅਸੀਂ ਕਬੂਲ ਹੋ ਜਾਈਏ, ਪ੍ਰਵਾਨ ਹੋ ਜਾਈਏ, ਸਾਡਾ ਗਾਇਆ ਹੋਇਆ ਸਫਲਾ ਹੋ ਜਾਵੇ। ਇਹ ਦਾਤ, ਇਹ ਬਖਸ਼ਿਸ਼ ਮਿਲਦੀ ਹੈ ਗੁਰੂ ਦੇ ਬਚਨਾਂ ਨਾਲ। ਮਨ ਮੇਰੇ ਗੁਰਬਚਨੀ ਨਿਧ ਪਾਈ। ਹੈ ਮੇਰੇ ਮਨ, ਗੁਰੂ ਦੇ ਬਚਨਾਂ ਦੁਆਰਾ ਨਾਮ ਦੀ ਨਿਧੀ, ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ। ਗੁਰੂ ਮਹਾਰਾਜ ਸਾਨੂੰ ਸਾਰੀ ਗੱਲ ਬਾਣੀ ਦੇ ਵਿੱਚ ਸਮਝਾਉਂਦੇ ਨੇ, ਸਿਮਰਨ ਦੇ ਵਿੱਚ ਕਿਵੇਂ ਸਫਲ ਹੋਣਾ। ਜਿਵੇਂ ਵੇਖੋ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ, ਟੀਚਰ ਪੜ੍ਹਾਉਂਦੇ ਨੇ ਤੁਸੀਂ ਡਾਕਟਰ ਕਿਵੇਂ ਬਣਨਾ ਹੈ, ਪ੍ਰੋਫੈਸਰ ਕਿਵੇਂ ਬਣਨਾ ਹੈ, ਲਾਇਰ ਕਿਵੇਂ ਬਣਨਾ ਹੈ। ਮੁੱਢਲੀ ਸਿੱਖਿਆ ਤੋਂ ਚਲਦਿਆਂ ਫਿਰ ਕਾਲਜ, ਫਿਰ ਯੂਨੀਵਰਸਿਟੀਆਂ ਤੱਕ ਪਹੁੰਚ ਜਾਂਦਾ ਹੈ ਜੀਵ। ਉਹ ਜਿਵੇਂ ਜਿਵੇਂ ਅਧਿਆਪਕ ਦੱਸੀ ਜਾਂਦੇ ਨੇ, ਉਸੇ ਤਰ੍ਹਾਂ ਕਰੀ ਜਾਂਦਾ ਹੈ ਤੇ ਇੱਕ ਦਿਨ ਉਹ ਬਣ ਜਾਂਦਾ ਹੈ। ਇਸੇ ਤਰ੍ਹਾਂ ਰੱਬ ਨੂੰ ਮਿਲਣਾ ਹੈ ਤੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਪਵੇਗਾ। ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਉਸੇ ਤਰ੍ਹਾਂ ਕਰਨਾ ਪਵੇਗਾ। ਤਾਂ ਤੇ ਸੱਚ ਮੈਂ ਰਿਹਾ ਸਮਾਈ। ਜਿਨ੍ਹਾਂ ਨੇ ਗੁਰੂ ਦੇ ਬਚਨ ਜਪੇ, ਗੁਰੂ ਦੇ ਬਚਨਾਂ ਵਿੱਚ ਚੱਲੇ, ਉਹ ਫਿਰ ਵਾਹਿਗੁਰੂ ਦੇ ਵਿੱਚ ਸਮਾ ਗਏ, ਲੀਨ ਹੋ ਗਏ। ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੀ ਬੂੰਦ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਬਸ ਆਪਾਂ ਇਹ ਨਾ ਵੇਖੀਏ ਵੀ ਮੇਰੀ ਸੁਰਤ ਜੁੜੀ ਕਿਉਂ ਨਹੀਂ, ਮੇਰੀ ਸਮਾਧੀ ਲੱਗੀ ਕਿਉਂ ਨਹੀਂ। ਦਾਸ ਅਕਸਰ ਬੇਨਤੀ ਕਰਦਾ, ਇੱਕ ਬੱਚਾ ਜੇ ਡਾਕਟਰ ਬਣਿਆ, ਉਹਨੂੰ ਵੀ 20-25 ਸਾਲ ਲੱਗ ਜਾਂਦੇ ਨੇ ਪੜ੍ਹਦਿਆਂ। ਬਹੁਤ ਗਹਿਰੀ ਪੜ੍ਹਾਈ ਕਰਨੀ ਪੈਂਦੀ ਹੈ। ਤੇ ਰੱਬ ਵਿੱਚ ਲੀਨ ਹੋਣਾ ਹੈ, ਇੰਨੀ ਛੇਤੀ ਨਹੀਂ। ਸਾਧਨਾ ਕਰੀ ਚੱਲੋ, ਉਹਨੇ ਆਪੇ ਬਖਸ਼ਿਸ਼ ਕਰ ਦੇਣੀ ਹੈ। ਮਹਾਰਾਜ ਫਰਮਾਨ ਕਰ ਰਹੇ ਨੇ, ਰਹਾਓ ਵਿਸ਼ਰਾਮ ਦੇ ਕੇ ਗੁਰ ਸਾਖੀ ਅੰਤਰ ਜਾਗੀ। ਜਦੋਂ ਗੁਰੂ ਦੀ ਸਿੱਖਿਆ ਅੰਦਰ ਸਾਡੇ ਜਾਗ ਗਈ, ਭਾਵ ਅਸੀਂ ਗੁਰੂ ਦੀ ਸਿੱਖਿਆ ਨੂੰ ਅੰਦਰ ਧਾਰਨ ਕਰ ਲਿਆ, ਉਹਦੀ ਨਿਸ਼ਾਨੀ ਕੀ ਹੈ ਤਾਂ ਚੰਚਲ ਮਤ ਤਿਆਗੀ। ਇਹ ਚੰਚਲ ਮਤ ਜਿਹੜੀ ਇਹਦਾ ਤਿਆਗ ਕਰ ਦਿੰਦਾ, ਜੀ ਬਿਲਕੁਲ ਸਾਦੇਪਨ ਵਿੱਚ ਆ ਜਾਂਦਾ ਹੈ, ਸਰਲ ਸੁਭਾਅ ਦੇ ਵਿੱਚ ਆ ਜਾਂਦਾ ਹੈ।
ਚੰਚਲ ਮਤ ਕੀ ਹੈ ਜੋ ਸਾਨੂੰ ਸੰਸਾਰ ਵਾਲੇ ਪਾਸੇ ਦੌੜਾਉਂਦੀ ਹੈ। ਸੰਸਾਰ ਦੇ ਅਨੁਸਾਰ ਅਸੀਂ ਪਾਉਂਦੇ ਹਾਂ, ਸੰਸਾਰ ਦੇ ਅਨੁਸਾਰ ਅਸੀਂ ਖਾਂਦੇ ਹਾਂ। ਸੰਸਾਰ ਦੇ ਮੁਤਾਬਕ ਚੱਲਣ ਵਾਲੀ ਮੱਤ ਉਹਨੂੰ ਚੰਚਲ ਮੱਤ ਆਖਿਆ ਗਿਆ ਹੈ। ਆਪਾਂ ਵੇਖਦੇ ਨਾ ਗੁਰੂ ਘਰ ਵੀ ਹੁਣ ਬੱਚੇ ਸੰਗਤਾਂ ਆਉਂਦੀਆਂ ਨੇ, ਚਲੋ ਛੋਟੇ ਬੱਚੇ ਦਾ ਤਾਂ ਮੰਨੀ ਗੱਲ, ਸਾਡੀ ਜਵਾਨ ਧੀਆਂ ਬੱਚੇ ਉਹ ਵੀ ਇਸ ਤਰ੍ਹਾਂ ਦੇ ਪਹਿਰਾਵਾ ਪਾ ਕੇ ਆ ਜਾਂਦੇ ਨੇ ਜੋ ਚੰਚਲ ਮੱਤ ਦੇ ਅਨੁਸਾਰ ਨੇ। ਉਹਦਾ ਭਾਵ ਹੈ ਅਸੀਂ ਸੰਸਾਰ ਦੀ ਉਸ ਬਿਰਤੀ ਨੂੰ ਪ੍ਰਵਾਨ ਕਰ ਲਿਆ। ਗੁਰੂ ਘਰ ਚੱਲੇ ਹਾਂ, ਸਾਨੂੰ ਇੰਨਾ ਵੀ ਨਹੀਂ ਆਉਂਦਾ ਅਸੀਂ ਗੁਰੂ ਘਰ ਚੱਲੇ ਹਾਂ ਕਿਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਚੱਲੇ ਹਾਂ। ਇੱਕ ਜੱਜ ਦੇ ਕੋਲ ਤੁਸੀਂ ਨਿੱਕਰ ਪਾ ਕੇ ਨਹੀਂ ਜਾ ਸਕਦੇ। ਕਈ ਬਜ਼ੁਰਗ ਵੇਖੇ ਨੇ ਉਹ ਨਿੱਕਰ ਪਾ ਕੇ ਗੁਰਦੁਆਰੇ ਆ ਜਾਂਦੇ ਨੇ, ਟੋਪੀ ਰੱਖ ਕੇ ਸਿਰ 'ਤੇ ਆ ਜਾਂਦੇ ਨੇ, ਜਰਾਬਾਂ ਪਾਈਆਂ ਹੁੰਦੀਆਂ ਨੇ, ਲਾਹਣ ਦਾ ਨਾਂ ਨਹੀਂ ਲੈਂਦੇ ਹੈ, ਕਿਉਂਕਿ ਆਪਣੇ ਆਪ ਨੂੰ ਦਿਖਾਉਂਦੇ ਨੇ ਵੀ ਅਸੀਂ ਬੜੇ ਹਾਈ ਹਾਂ। ਅਰਦਾਸ ਵਿੱਚ ਫੋਨ ਵੱਜੀ ਜਾਂਦਾ ਸਾਡਾ, ਕਥਾ ਵਿੱਚ ਕੀਰਤਨ ਵਿੱਚ ਫੋਨ ਵੱਜੀ, ਸਾਨੂੰ ਡਰ ਨਹੀਂ ਰਿਹਾ। ਸੰਸਾਰ ਦੀ ਬਿਰਤੀ ਹੈ ਨਾ। ਅਤੇ ਕਈ ਤੇ ਵਿੱਚ ਬਹਿ ਕੇ ਗੱਲਾਂ ਹੀ ਲੱਗ ਜਾਂਦੇ ਨੇ, ਕਥਾ ਕੀਰਤਨ ਦਾ ਕਹਿੰਦੇ ਕੋਈ ਗੱਲ ਨਹੀਂ, ਫੋਨ ਆਇਆ ਹੈ। ਜੱਜ ਦੇ ਕੋਲ ਤੁਸੀਂ ਜਾਓ ਅਤੇ ਕਦੀ ਫੋਨ ਬਾਤੇ ਤੁਹਾਡਾ ਗੱਲ ਕੀਤੀ ਹੈ ਨਾ, ਬਿਲਕੁਲ ਸਾਇਲੈਂਟ, ਬਿਲਕੁਲ ਜਿਹੜਾ ਲਿਬਾਸ ਵੀ ਉਸ ਤਰ੍ਹਾਂ ਦਾ ਪਾ ਕੇ ਜਾਂਦੇ। ਸੰਸਾਰ ਦੀ ਪਰਵਾਹ ਕਰਦੇ ਹਾਂ ਆਪਾਂ, ਗੁਰੂ ਦੀ ਪਰਵਾਹ ਨਹੀਂ ਕਰਦੇ। MLA ਨੂੰ ਮਿਲਣ ਜਾਣਾ ਹੋਵੇ, ਮੰਤਰੀ ਨੂੰ ਕਿਸੇ ਮਿਲਣ ਜਾਵੇ, ਆਪਾਂ ਉਹਦੇ ਮੁਤਾਬਕ ਉੱਥੇ ਬੜਾ ਐਦਾਂ ਸਾਊ ਬਣ ਕੇ ਬਹਿ ਜਾਂਦੇ ਹਾਂ ਵੀ ਜਿਵੇਂ ਅਸੀਂ ਦੁਨੀਆ ਵਿੱਚ ਸਭ ਤੋਂ ਚੰਗੇ ਹਾਂ, ਉਵੇਂ ਹੀ ਬੋਲਦੇ ਹਾਂ ਬਿਲਕੁਲ ਆਰਾਮ ਨਾਲ। ਭਾਵ ਦੁਨੀਆ ਨੂੰ ਅਸੀਂ ਬੜੀ ਮਹਾਨਤਾ ਦਿੰਦੇ ਹਾਂ, ਗੁਰੂ ਦਾ ਭੈ ਨਹੀਂ ਰੱਖਦੇ। ਕਿਵੇਂ ਪ੍ਰਵਾਨ ਹੋ ਜਾਵਾਂਗੇ? ਮਹਾਰਾਜ ਕਹਿੰਦੇ ਜਿਹੜਾ ਗੁਰੂ, ਜਿਹਦੇ ਅੰਦਰ ਗੁਰੂ ਦੀ ਸਿੱਖਿਆ ਚਲੀ ਗਈ ਉਹਦੀ ਨਿਸ਼ਾਨੀ ਕੀ ਹੈ? ਤਾਂ ਚੰਚਲ ਮੱਤ ਤਿਆਗੀ। ਉਹਨੇ ਚੰਚਲ ਮੱਤ ਤਿਆਗ ਦਿੱਤੀ। ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰਸਾਖੀ ਦਾ ਜਿਹੜਾ ਉਜਿਆਰਾ ਹੈ, ਉਜਾਲਾ ਹੈ, ਪ੍ਰਕਾਸ਼ ਹੈ, ਚਾਨਣ ਹੈ, ਜਦੋਂ ਕਿਸੇ ਦੇ ਅੰਦਰ ਗੁਰੂ ਦੀ ਸਿੱਖਿਆ ਵਸ ਗਈ ਉਹਦਾ ਪ੍ਰਕਾਸ਼ ਦਿਖਾਈ ਦੇਵੇਗਾ ਤਾਂ ਮਿਟਿਆ ਸਗਲ ਅੰਧਿਆਰਾ। ਉਹਦੇ ਜੀਵਨ ਵਿੱਚੋਂ ਸਭ ਤਰ੍ਹਾਂ ਦਾ ਅੰਧਕਾਰ ਮਿਟ ਜਾਵੇਗਾ। ਜਿਵੇਂ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਨਾ ਇੱਕ ਸ਼ਹਿਰ ਹੈ ਗੜ੍ਹਸ਼ੰਕਰ। ਗੜ੍ਹਸ਼ੰਕਰ ਦਾ ਤੁਸੀਂ ਨਾਂ ਸੁਣਿਆ ਹੋਣਾ, ਕਾਫੀ ਮਸ਼ਹੂਰ ਸ਼ਹਿਰ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਇੱਥੋਂ ਇੱਕ ਬੰਦਾ ਜਾਂਦਾ ਹੈ ਅੰਮ੍ਰਿਤਸਰ, ਗੁਰੂ ਮਹਾਰਾਜ ਜੀ ਦੇ ਕੋਲ ਸਿੱਖੀ ਨੂੰ ਧਾਰਨ ਕਰ ਲੈਂਦਾ ਹੈ। ਉਹਦਾ ਨਾਮ ਹੈ, ਇਤਿਹਾਸ ਨੇ ਦੱਸਿਆ, ਭਾਈ ਤਿਲਕੂ। ਅਤੇ ਵਾਕਿਆ ਹੀ ਉਹਨੇ ਗੁਰੂ ਮਹਾਰਾਜ ਜੀ ਦੀ ਮੱਤ ਨੂੰ ਧਾਰਨ ਕਰ ਲਿਆ। ਨਾਮ ਬਾਣੀ ਦਾ ਅਭਿਆਸ ਕਰਤਾ, ਸ਼ੁਰੂ ਆ ਕੇ ਸਭ ਤਰ੍ਹਾਂ ਦੇ ਭਰਮਾਂ ਦੇ, ਵਿਕਾਰਾਂ ਦੇ ਅੰਧਕਾਰ 'ਚੋਂ ਬਾਹਰ ਹੋ ਗਿਆ। ਕੋਈ ਡਰ ਨਹੀਂ ਰਹਿ ਗਿਆ ਕਿਸੇ ਵੀ ਤਰ੍ਹਾਂ ਦਾ। ਗੜ੍ਹਸ਼ੰਕਰ ਦੇ ਨੇੜੇ ਇੱਕ ਜੋਗੀ ਰਹਿੰਦਾ ਹੈ ਜੋ ਸਾਲ ਬਾਅਦ ਚਲੀਸਾ ਕੱਟਦਾ ਹੈ। ਜਿਸ ਦਿਨ ਚਲੀਸਾ ਪੂਰਾ ਹੁੰਦਾ ਹੈ ਉਸ ਦਿਨ ਉਹਦੇ ਡੇਰੇ 'ਤੇ ਬੜਾ ਵੱਡਾ ਭੰਡਾਰਾ ਹੁੰਦਾ ਹੈ। ਸ਼ਹਿਰ ਦੇ ਲੋਕ ਆਉਂਦੇ ਨੇ, ਸਾਰੇ ਪਿੰਡਾਂ ਦੇ ਲੋਕ ਆਉਂਦੇ ਨੇ ਬੜੇ। ਪਹਿਲਾਂ ਤਾਂ ਇਹ ਵੀ ਸ਼ਾਇਦ ਜਾਂਦਾ ਹੋਵੇਗਾ ਪਰ ਹੁਣ ਨਹੀਂ ਜਾਂਦਾ, ਕਿਉਂਕਿ ਗੁਰੂ ਦੀ ਮੱਤ ਦਾ ਉਜਿਆਰਾ ਹੋ ਗਿਆ ਵੀ ਸਭ ਤੋਂ ਵੱਡਾ ਉਹ ਦਾਤਾ ਪਰਮਾਤਮਾ ਹੈ। ਜੇ ਕੁਝ ਲੈਣਾ ਤਾਂ ਪਰਮਾਤਮਾ ਨਾਲ ਜੁੜੋ, ਵਾਹਿਗੁਰੂ ਦੀ ਬੰਦਗੀ ਕਰੋ, ਐਵੇਂ ਥਾਂ ਥਾਂ 'ਤੇ ਖੁਆਰ ਹੋਣ ਦੀ ਲੋੜ ਨਹੀਂ। ਜੋਗੀ ਕਹਿੰਦਾ ਵੀ ਸ਼ਹਿਰ ਵਿੱਚ ਕੋਈ ਬੰਦਾ ਰਹਿ ਤੇ ਨਹੀਂ ਗਿਆ। ਅੱਜ ਵੀ ਜਿਵੇਂ ਪੰਜਾਬ ਨੂੰ ਛੱਡ ਕੇ ਹੋਰ ਥਾਵਾਂ 'ਤੇ ਜਿੱਥੇ ਸਿੱਖ ਵੱਸਦੇ ਨੇ ਨਾ, ਉੱਥੇ ਸਿੱਖਾਂ ਦੀ ਵੱਖਰੀ ਪਛਾਣ ਹੈ। ਲੋਕਾਂ ਨੂੰ ਪਤਾ ਹੁੰਦਾ ਇੱਥੇ ਕੋਈ ਪੰਜਾਬੀ ਰਹਿੰਦਾ, ਕੋਈ ਸਿੱਖ ਰਹਿੰਦਾ ਹੈ। ਤਾਂ ਉਹ ਨਗਰ ਦੇ ਲੋਕ ਜਿਹੜੇ ਉਹਦੇ ਜੋਗੀ ਦੇ ਚੇਲੇ ਕਹਿੰਦੇ ਵੀ ਗੜ੍ਹਸ਼ੰਕਰ ਦੇ ਵਿੱਚੋਂ ਇੱਕ ਤਿਲਕੂ ਨਾਮ ਦਾ ਜਿਹੜਾ ਉਹ ਗੁਰੂ ਦਾ ਸਿੱਖ ਬਣ ਗਿਆ ਪਿਛਲੇ ਸਮੇਂ ਤੋਂ, ਉਹ ਨਹੀਂ ਹੁਣ ਆਇਆ। ਉਹਨੂੰ ਲਿਆਉਣ ਵਾਸਤੇ ਪਹਿਲਾਂ ਲਾਲਚ ਦਿੱਤੇ, ਫਿਰ ਇਹਨੇ ਆਪਣੇ ਤਾਂਤਰਿਕ ਮੱਤ ਦੁਆਰਾ ਭੂਤ ਪ੍ਰੇਤ ਛੱਡ ਕੇ ਵੇਖੇ,
ਆਪਣਾ ਜੰਤਰ ਮੰਤਰ ਚਲਾ ਕੇ ਵੇਖੇ, ਪਰ ਉੱਥੇ ਸਾਰੇ ਫੇਲ ਹੋ ਗਏ, ਕਿਉਂਕਿ ਨਾਮ ਦੀ ਸ਼ਕਤੀ ਸਭ ਤੋਂ ਵੱਡੀ ਹੈ। ਨਾਮ ਦੇ ਅੱਗੇ ਸਾਰੇ ਦੇਵੀ ਦੇਵਤੇ, ਭੂਤ ਪ੍ਰੇਤ, ਜਿੰਨੀਆਂ ਵੀ ਤਾਕਤਾਂ ਨੇ, ਸੂਰਜ ਚੰਦਰਮਾ, ਸਭ ਝੁਕਦੀਆਂ ਨੇ। ਤਾਂ ਹੀ ਤੇ ਮਹਾਰਾਜ ਨੇ ਸਾਨੂੰ ਨਾਮ ਨਾਲ ਜੋੜਿਆ ਵੀ ਤੁਸੀਂ ਨਾਮ ਨਾਲ ਜੁੜ ਜਾਓ, ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਤਾਂ ਉਹ ਜੋਗੀ ਫਿਰ ਆਪ ਚੱਲ ਕੇ ਆਇਆ ਵੀ ਕਿ ਗ੍ਰਸਤੀ ਬੰਦਾ, ਮੇਰੀ ਇਲਾਕੇ ਵਿੱਚ ਇੰਨੀ ਮਾਨਤਾ, ਇਹ ਤੇ ਬੜੀ ਮਾੜੀ ਗੱਲ ਹੋਵੇਗੀ। ਅੱਜ ਇਹ ਇੱਥੋਂ ਗਿਆ ਹੈ, ਇਹਦੇ ਵੇਖਾ ਵੇਖੀ ਹੋਰ ਵੀ ਲੋਕ, ਤੇ ਇੰਨੀ ਸ਼ਕਤੀ ਇਹਦੇ ਵਿੱਚੋਂ ਕਿੱਥੋਂ ਆ ਗਈ। ਭਾਈ ਤਿਲਕੂ ਨੂੰ ਮਿਲਣ ਵਾਸਤੇ ਆਇਆ ਸੀ, ਪਰ ਇਨਕਾਰ ਕਰ ਦਿੱਤਾ ਵੀ ਤੇਰੇ ਵਰਗੇ ਬੰਦੇ ਦੇ ਅਸੀਂ ਮੱਥੇ ਨਹੀਂ ਲੱਗਦੇ, ਜਿਹੜਾ ਆਪਣੀ ਪੂਜਾ ਕਰਾਂਦਾ ਹੈ, ਜਿਹੜਾ ਰੱਬ ਨਾਲੋਂ ਤੋੜ ਕੇ ਕਹਿੰਦਾ ਵੀ ਮੇਰੇ ਡੇਰੇ 'ਤੇ ਆਓ ਤੇ ਮੇਰੀ ਮਾਨਤਾ ਕਰੋ, ਤੁਹਾਨੂੰ ਸਵਰਗ ਮਿਲੇਗਾ 1 ਸਾਲ ਦਾ, 2 ਸਾਲ ਦਾ। ਅੱਜ ਵੀ ਆਪਾਂ ਵੇਖਦੇ ਹਾਂ, ਸਾਡੇ ਵਿੱਚ ਵੀ ਇਹ ਡੇਰੇ ਨੇ, ਉਹ ਕਹਿੰਦੇ ਸਾਡੇ ਡੇਰੇ 'ਤੇ ਅਖੰਡ ਪਾਠ ਕਰਾ ਲਓ, ਵੀ ਉਹਨਾਂ ਦੀ ਕਲੋਨੀ ਵਿੱਚ, ਪਿੰਡ ਵਿੱਚ ਜਿਹੜਾ ਗੁਰਦੁਆਰਾ ਹੈ ਉੱਥੇ ਨਹੀਂ ਕਰਾ ਸਕਦੇ, ਕਹਿੰਦੇ ਸਾਡੇ ਡੇਰੇ 'ਤੇ ਆ ਕੇ ਅਖੰਡ ਪਾਠ ਕਰਾ ਲਓ, ਇੱਥੇ ਬੜੀ ਸੁਚਮਤਾ ਨਾਲ ਹੁੰਦਾ ਹੈ। ਇਹ ਤੇ ਆਪਾਂ ਨੂੰ ਵੇਖਣਾ ਚਾਹੀਦਾ। ਆਪਾਂ ਵੀ ਬੜੇ ਉਸ ਤਰ੍ਹਾਂ ਦੇ ਅਵੇਸਲੇ ਹੋ ਗਏ ਹਾਂ, ਕਿਉਂਕਿ ਸੇਵਾ ਕਰਨ ਨੂੰ ਸਾਡਾ ਮਨ ਨਹੀਂ ਕਰਦਾ। ਆਪਾਂ ਕਹਿੰਦੇ ਬਾਬਾ ਜੀ ਮਾਇਆ ਲੈ ਲਓ ਜੇ, ਤੁਸੀਂ ਆਪ ਹੀ ਕਰਾ ਦਿਓ ਇੱਥੇ ਹੀ, ਕਿਉਂ ਰਾਤ ਨੂੰ ਨਾ ਅਸੀਂ ਪਹਿਰਾ ਦੇਣਾ, ਨਾ ਬਹਿ ਕੇ ਬਾਣੀ ਸੁਣਨੀ, ਨਾ ਪਾਠੀਆਂ ਨੂੰ ਰੋਟੀ, ਨਾ ਪਾਣੀ, ਨਾ ਚਾਹ। ਸਾਡਾ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ ਹੈ। ਅਖੰਡ ਪਾਠ ਜੇ ਕਰਾਉਣਾ ਤੇ ਆਪਣੇ ਹੱਥੀਂ ਸੇਵਾ ਕਰਨੀ ਚਾਹੀਦੀ ਹੈ, ਨਹੀਂ ਤੇ ਫਰਮੈਲਿਟੀ ਕਰਨ ਦਾ ਫਾਇਦਾ ਕੋਈ ਨਹੀਂ ਹੈ। ਰੋਜੀ ਰੋਟੀ ਪਰਮਾਤਮਾ ਪਾਪੀਆਂ ਨੂੰ ਵੀ ਦਿੰਦਾ ਹੈ, ਸਾਰੇ ਜੀਵਾਂ ਨੂੰ ਦਿੰਦਾ ਹੈ, ਕਾਰੋਬਾਰ ਸਾਰਿਆਂ ਦੇ ਹੀ ਚੱਲਦੇ ਨੇ। ਜੇ ਆਪਾਂ ਭਾਵਨਾ ਨਾਲ ਕਰਾਂਗੇ ਤਾਂ ਗੱਲ ਬਣੇਗੀ। ਤਾਂ ਉਸ ਸਮੇਂ ਜੋਗੀ ਫਿਰ ਭਾਈ ਤਿਲਕੂ ਦੇ ਚਰਨਾਂ 'ਤੇ ਡਿੱਗਿਆ ਸੀ ਵੀ ਤੇਰੇ ਵਿੱਚ ਇੰਨੀ ਸ਼ਕਤੀ, ਕਹਿੰਦੇ ਵੀ ਇਹ ਤਾਂ ਗੁਰੂ ਪਾਤਸ਼ਾਹ ਜੀ ਦੀ ਕਿਰਪਾ, ਮੇਰੀ ਆਪਣੀ ਕੋਈ ਗੱਲ ਨਹੀਂ ਹੈ। ਉਸ ਜੋਗੀ ਨੂੰ ਫਿਰ ਭਾਈ ਤਿਲਕੂ ਜੀ ਗੁਰੂ ਅਰਜਨ ਦੇਵ ਜੀ ਕੋਲ ਲੈ ਕੇ ਆਏ ਸੀ। ਉਹ ਵੀ ਫਿਰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਿਆ ਸੀ, ਜਿਹਦੇ ਅੰਦਰ ਗੁਰੂ ਦੀ ਸਾਖੀ ਦਾ ਉਜਿਆਰਾ ਹੋ ਗਿਆ, ਚਾਨਣ ਹੋ ਗਿਆ, ਤਾਂ ਮਿਟਿਆ ਸਗਲ ਅੰਧਿਆਰਾ, ਸਭ ਤਰ੍ਹਾਂ ਦਾ ਅੰਧਕਾਰ ਮਿਟ ਗਿਆ। ਦੁਨੀਆ ਦੀ ਪਰਵਾਹ ਨਹੀਂ, ਗੁਰੂ ਦੀ ਮੱਤ ਵਿੱਚ ਚੱਲਣਾ ਹੈ। ਗੁਰੂ ਦੀ ਮੱਤ ਅਨੁਸਾਰ ਖਾਣਾ ਪੀਣਾ ਬੋਲਣਾ, ਹਰ ਇੱਕ ਕਰਮ ਭਰਮਾਂ ਵਿੱਚ ਨਹੀਂ ਪੈਣਾ। ਗੁਰੂ ਚਰਨੀ ਮਨ ਲਾਗਾ, ਜਿਨ੍ਹਾਂ ਦਾ ਗੁਰੂ ਚਰਨਾਂ ਵਿੱਚ ਇਸ ਤਰ੍ਹਾਂ ਮਨ ਲੱਗ ਗਿਆ ਤਾਂ ਜਮ ਕਾ ਮਾਰਗ ਭਾਗਾ। ਮਹਾਰਾਜ ਕਹਿੰਦੇ ਜਮਾਂ ਦਾ ਮਾਰਗ ਵੀ ਇਹਨਾਂ ਤੋਂ ਦੂਰ ਚਲਾ ਗਿਆ, ਭਾਵ ਉਹ ਮਾੜੇ ਮੌਤ ਵਾਲੇ ਮਾਰਗ 'ਤੇ ਨਹੀਂ ਚੱਲਦੇ, ਜਿਹੜੀ ਆਤਮਕ ਮੌਤ ਜੀਵ ਦੀ ਹੁੰਦੀ ਹੈ। ਕਿਉਂਕਿ ਜਿਹੜਾ ਜੀਵਦੇ ਜੀ ਆਤਮਕ ਮੌਤ ਤੋਂ ਬਚ ਗਿਆ, ਉਹੀ ਅੱਗੇ ਜਮਾ ਤੋਂ ਬਚੇਗਾ। ਜਿਹੜਾ ਹੁਣ ਨਹੀਂ ਬਚਿਆ ਨਾ, ਜਿਹੜਾ ਹੁਣ ਜੀਵ ਮਰਿਆ ਪਿਆ, ਆਤਮਕ ਤੌਰ 'ਤੇ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਹ ਅੱਗੇ ਵੀ ਜਮਾ ਦੇ ਵਸ ਪਵੇਗਾ। ਗੁਰੂ ਰਾਮਦਾਸ ਜੀ ਦੇ ਬਚਨ ਜਿਹੜੇ ਤੁਹਾਡੇ ਵਿੱਚੋਂ ਰੋਜ਼ ਰਹਿ ਰਾਸ ਦਾ ਪਾਠ ਕਰਦੇ ਨੇ ਸੰਗਤਾਂ, ਆਪ ਸਰਵਣ ਕਰਦੇ ਹੋ, ਪੜ੍ਹਦੇ ਹੋ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਜਿਨ ਹਾਰ ਹਾਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਉਹ ਭਾਗਾਂ ਤੋਂ ਹੀਣੇ ਕਿੱਥੇ ਜਾਣਗੇ? ਜਮਾਂ ਦੇ ਪਾਸ ਜਾਣਗੇ। ਕਿਹੜੇ? ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਅਜੇ ਤੱਕ ਚਖਿਆ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਭੈ ਵਿੱਚ ਨਿਰਭਉ ਪਾਇਆ, ਤਾਂ ਸਹਿਜੇ ਕਹਿ ਕਰ ਆਇਆ। ਗੁਰੂ ਦੇ ਭੈ ਵਿੱਚ ਚੱਲ ਕੇ ਉਹਨਾਂ ਨੇ ਨਿਰਭਉ ਵਾਹਿਗੁਰੂ ਨੂੰ ਪਾ ਲਿਆ। ਤਾਂ ਉਹ ਗੁਰਮੁਖ ਸਹਿਜ ਅਵਸਥਾ ਦੇ ਵਿੱਚ, ਸਹਿਜ ਘਰ ਦੇ ਵਿੱਚ ਆ ਗਿਆ, ਭਾਵ ਉਹਦੇ ਹਿਰਦੇ ਵਿੱਚ ਉਹਨੂੰ ਟਿਕਾ ਮਿਲ ਗਿਆ। ਹਿਰਦੇ ਵਿੱਚ ਸਹਿਜ ਅਵਸਥਾ ਆ ਗਈ। ਭਣਤ ਨਾਨਕ ਬੂਝੈ ਕੋ ਵਿਚਾਰੀ,
ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੀ ਵਿਚਾਰ ਨੂੰ, ਗੁਰੂ ਦੇ ਮਾਰਗ ਨੂੰ ਬੁੱਝ ਲੈਂਦਾ। ਇਸ ਜਗ ਮੈਂ ਕਰਨੀ ਸਾਰੀ, ਕਿਹੜਾ ਮਾਰਗ ਹੈ ਗੁਰੂ ਦਾ? ਗੁਰੂ ਕਹਿੰਦਾ ਸੰਸਾਰ ਦੇ ਵਿੱਚ ਜਿਹੜੀ ਕਰਨੀ ਹੈ, ਸ੍ਰੇਸ਼ਟ ਕਰਨੀ ਹੀ ਸਭ ਤੋਂ ਚੰਗੀ ਹੈ। ਹਰ ਇੱਕ ਜੀਵ ਨੂੰ ਆਪਣੀ ਚੰਗੀ ਕਰਨੀ ਚਾਹੀਦੀ ਹੈ। ਇਸ ਜਗ ਮੈਂ ਕਰਨੀ ਸਾਰੀ, ਕਰਨੀ ਸ੍ਰੇਸ਼ਟ ਹੈ। ਕਰਨੀ ਕੀਰਤ ਹੋਈ, ਉਹ ਕਿਹੜੀ ਕਰਨੀ ਹੈ? ਵਾਹਿਗੁਰੂ ਦੀ ਕੀਰਤੀ ਕਰਨੀ, ਨਾਮ ਜਪਣਾ, ਉਹਦੇ ਹੁਕਮ ਦੇ ਵਿੱਚ ਚੱਲਣਾ। ਜਾਂ ਆਪੇ ਮਿਲਿਆ ਸੋਈ। ਕਰਨੀ ਕੀਰਤ ਸ੍ਰੇਸ਼ਟ ਤਾਂ ਹੋ ਸਕਦੀ ਜੇਕਰ ਜੀਵ ਵਾਹਿਗੁਰੂ ਨੂੰ ਸਮਰਪਿਤ ਹੋ ਜਾਵੇ। ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਆਪਾਂ ਸ਼ੁਭ ਮਾਰਗ 'ਤੇ ਨਹੀਂ ਚੱਲ ਸਕਦੇ। ਵਾਹਿਗੁਰੂ ਆਪ ਬਖਸ਼ਿਸ਼ ਕਰ ਦੇਵੇ ਤਾਂ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਬੇਨਤੀ ਕਰੀਏ, ਮਾਲਕ ਤੂੰ ਕਿਰਪਾ ਕਰ ਕਿ ਤੇਰੇ ਮਾਰਗ 'ਤੇ ਅਸੀਂ ਚੱਲ ਸਕੀਏ, ਤੂੰ ਬਖਸ਼ਿਸ਼ ਕਰ, ਰਹਿਮਤ ਕਰ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜੇ ਸ਼ਿਵਾ ਵਰ ਮੋਏ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਹੇ ਵਾਹਿਗੁਰੂ, ਇੱਥੇ ਸ਼ਿਵਾ ਦਾ ਅਰਥ ਸ਼ਿਵ ਜੀ ਨਹੀਂ ਹੈ। ਸ਼ਿਵਾ ਦਾ ਅਰਥ ਹੈ ਕਲਿਆਣ ਸਰੂਪ ਪਰਮਾਤਮਾ। ਗੁਰਬਾਣੀ ਵਿੱਚ ਇਹਦੇ ਬਚਨ ਆਏ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਕਦੇ ਆਪਾਂ ਉਹ ਸਾਂਝ ਪਾਵਾਂਗੇ। ਮਹਾਰਾਜ ਕਹਿੰਦੇ ਹਨ, ਦੇ ਸ਼ਿਵਾ ਵਰ ਮੋਏ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਹੇ ਵਾਹਿਗੁਰੂ, ਮੈਨੂੰ ਇਹ ਵਰ ਦਿਓ, ਮੈਂ ਸ਼ੁਭ ਕਰਮਾਂ ਤੋਂ ਕਦੇ ਪਿੱਛੇ ਨਾ ਹਟਾਂ। ਸਤਿਗੁਰੂ ਮੈਂ ਰਾਮਦ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।